ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸਾਡੇ ਇਸ ਚੈਨਲ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤੇ ਬਹੁਤ ਸਵਾਗਤ ਹੈ। ਇਸ ਚੈਨਲ ਉਤੇ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਧਾਰਮਿਕ ਪੁਸਤਕਾਂ ਨੂੰ ਆਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਦੇ ਸਨਮੁਖ ਕਰਨ ਦੀ ਸੇਵਾ ਸਤਿਗੁਰੂ ਜੀ ਦਾਸਿਆਂ ਪਾਸੋਂ ਲੈ ਰਹੇ ਹਨ। ਹੁਣ ਤੱਕ ਇਸ ਚੈਨਲ ਉਤੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੁਆਰਾ ਲਿਖੀਆਂ ਪੁਸਤਕਾਂ ਮੈਂ ਦੱਸਿਓ ਮਾਰਗ ਸੰਤੋ, ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 9 ਵਿਸ਼ੇਸ਼ਤਾਈਆਂ, ਸ਼ਰਧਾ ਦੀਆਂ 11 ਨਿਸ਼ਾਨੀਆਂ, ਜੀਵਨ ਸੇਧਾਂ ਭਾਗ ਪਹਿਲਾ, ਜੀਵਨ ਸੇਧਾਂ ਭਾਗ ਦੂਜਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ, ਸਿਮਰਨ ਦੀਆਂ 9 ਅਵਸਥਾਵਾਂ, ਅਰਦਾਸ ਕਰਨ ਦੀਆਂ 13 ਜੁਗਤੀਆਂ, ਵਿਰਲੇ ਕੇਈ ਕੇ, ਨਾਨਕਸਰ ਕਲੇਰਾਂ ਵਾਲੇ ਮਹਾਪੁਰਸ਼ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਉੱਪਰ ਪ੍ਰਕਾਸ਼ਿਤ ਪੁਸਤਕ ਆਨੰਦ ਚਮਤਕਾਰ ਦੇ 5 ਭਾਗ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਦੀ ਸੇਵਾ ਸਤਿਗੁਰੂ ਜੀ ਦਾਸਾਂ ਪਾਸੋਂ ਲੈ ਚੁੱਕੇ ਹਨ, ਜਿਨ੍ਹਾਂ ਦਾ ਲਾਹਾ ਆਪ ਜੀ ਇਸ ਚੈਨਲ ਉੱਪਰ ਜਾ ਕੇ ਲੈ ਸਕਦੇ ਹੋ। ਹੁਣ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਪ੍ਰਸੰਗਲੀਆਂ ਦੀ ਆਡੀਓ ਸੰਗਤ ਦੀ ਸੇਵਾ ਵਿੱਚ ਹਾਜ਼ਰ ਕਰਨ ਜਾ ਰਹੇ ਹਾਂ। ਭਾਈ ਸਾਹਿਬ ਜੀ ਦੇ ਜੀਵਨ ਦੇ ਕੁਝ ਦਿਲਚਸਪ ਵਾਕਿਆਤ। 1917 ਦੀ ਗੱਲ ਹੈ ਕਿ ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਕੀਰੀ ਤਾਂ ਆਵੇ ਦੀ ਅੱਗ ਹੈ, ਜਦੋਂ ਅੱਗ ਬਾਹਰ ਨਿਕਲ ਗਈ ਆਵਾ ਕੱਚਾ ਰਹਿ ਗਿਆ। ਆਵੇ ਦੇ ਮਾਲਕ ਦੀ ਡਿਊਟੀ ਹੀ ਇਹੋ ਹੈ ਜੋ ਧਿਆਨ ਕਰੇ ਕਿੱਧਰੋਂ ਅੱਗ ਬਾਹਰ ਨਾ ਨਿਕਲ ਜਾਵੇ। ਭਾਈ ਸਾਹਿਬ ਇੱਕ ਵਾਰੀ ਰੰਗ ਵਿੱਚ ਆਏ ਅਤੇ ਫਰਮਾਇਆ ਕਿ ਫਕੀਰ ਦੀ ਇੱਕ ਹੁਕਮ ਅਦੂਲੀ ਕਰ ਲੈਣੀ ਚਾਹੀਦੀ ਹੈ। ਫਕੀਰ ਮੱਥਾ ਟੇਕਣ ਤੋਂ ਰੋਕੇਗਾ, ਮਗਰ ਜਗਿਆਸੂ ਦਾ ਭਲਾ ਮੱਥਾ ਟੇਕ ਕੇ ਛੋਹ ਲੈਣ ਵਿੱਚ ਹੈ। ਇੱਕ ਵਾਰੀ ਦੀ ਗੱਲ ਹੈ ਕਿ ਭਾਈ ਸਾਹਿਬ ਹਾਲ ਬਾਜ਼ਾਰ ਆਪਣੇ ਮਕਾਨ ਪਰ ਖਿੜਕੀ ਵਿੱਚ ਖੜੇ ਸਨ, ਜੋ ਸਬਜ਼ੀ ਮੰਡੀ ਦੇ ਪਾਸੋਂ ਇੱਕ ਕੁਲੀ ਸਿਰਪੁਰ ਸੰਤਰਿਆਂ ਦਾ ਟੋਕਰਾ ਚੁੱਕੀ ਜਾ ਰਿਹਾ ਸੀ, ਜੋ ਉਸ ਨੂੰ ਧੱਕਾ ਲੱਗਾ ਤੇ ਡਿੱਗ ਪਿਆ। ਸੰਤਰੇ ਸਾਰੇ ਕੋਈ ਸੜਕ ਪਰ ਕੋਈ ਗੰਦੀ ਨਾਲੀ ਵਿੱਚ ਜਾ ਪਏ। ਕੁਲੀ ਵਿਚਾਰਾ, ਜਿਸ ਨੂੰ 4 ਆਨੇ ਮਜ਼ਦੂਰੀ ਪਹੁੰਚਾਉਣ ਪਰ ਮਿਲਣੀ ਸੀ, ਘਬਰਾਇਆ ਅਤੇ ਸੰਤਰੇ ਇਕੱਠੇ ਕਰਨ ਲੱਗ ਪਿਆ। ਗੰਦੀ ਨਾਲੀ ਵਿੱਚੋਂ ਵੀ ਕੱਢ ਰਿਹਾ ਸੀ। ਆਪ ਨੇ ਦੇਖਿਆ, ਖਿਆਲ ਕੀਤਾ, ਜੋ ਇਹ ਇਕੱਠੇ ਕਰਕੇ ਲੈ ਜਾਵੇਗਾ ਅੱਗੋਂ ਦੁਕਾਨਦਾਰ ਉਹਨਾਂ ਨੂੰ ਵੇਚੇਗਾ। ਖਰੀਦਣ ਵਾਲਿਆਂ ਨੂੰ ਕੀ ਪਤਾ, ਉਹ ਖਰੀਦ ਕੇ ਖਾਣਗੇ ਅਤੇ ਬਿਮਾਰੀ ਫੈਲੇਗੀ। ਆਪ ਨੇ ਭਾਈ ਇੰਦਰ ਸਿੰਘ ਨੂੰ ਭੇਜਿਆ ਕਿ ਉਸ ਨੂੰ ਮਨਾ ਕਰੇ ਕਿ ਇਹ ਸੰਤਰੇ ਇਕੱਠੇ ਨਾ ਕਰੇ। ਜਿਤਨੀ ਕੀਮਤ ਦੇ ਹਨ ਅਸੀਂ ਕੀਮਤ ਦੇ ਦਿੰਦੇ ਹਾਂ, ਮਾਲਕ ਨੂੰ ਕੀਮਤ ਦੇ ਦੇਵੇ ਜਾਂ ਉਤਨੇ ਹੀ ਸੰਤਰੇ ਹੋਰ ਖਰੀਦ ਕੇ ਲੈ ਜਾਵੇ। ਕੁਲੀ ਨਾ ਮੰਨੇ ਕਿ ਮੈਂ ਮਾਲਕ ਨੂੰ ਕੀ ਆਖਾਂਗਾ। ਭਾਈ ਸਾਹਿਬ ਜੀ ਆਪ ਗਏ ਅਤੇ ਸਾਰੀ ਗੱਲ ਉਸ ਨੂੰ ਸਮਝਾਈ। ਕੀਮਤ ਉਸਨੇ ਲੈ ਲਈ, ਪਰ ਬੜਾ ਹੈਰਾਨ ਜੋ ਕਿ ਇਹ ਕਿਸ ਤਰ੍ਹਾਂ ਦਾ ਆਦਮੀ ਹੈ, ਬਿਨਾਂ ਕਿਸੇ ਮਤਲਬ ਦੇ ਖਰਚ ਕਰ ਰਹੇ ਹਨ। ਭਾਈ ਸਾਹਿਬ ਜੀ ਨੇ ਉਹ ਸਾਰੇ ਸੰਤਰੇ ਕੂੜੇ ਵਿੱਚ ਸੁੱਟਵਾ ਦਿੱਤੇ। 1918 ਵਿੱਚ ਇੱਕ ਵਾਰ ਫੀਵਰ ਜਾਂ ਇਨਫਲੂਐਂਜ਼ਾ ਬਹੁਤ ਫੈਲ ਗਿਆ, ਜਿਸ ਨਾਲ ਅਣਗਿਣਤ ਮੌਤਾਂ ਹੋਈਆਂ। ਵਜ਼ੀਰ ਹਿੰਦ ਪ੍ਰੈਸ ਦਾ ਚੌਕੀਦਾਰ ਇੱਕ ਪੂਰਬੀਆ ਸੀ। ਉਸ ਦੇ ਘਰੋਂ ਚਿੱਠੀ ਆਈ ਕਿ ਉਸ ਦਾ ਸਾਰਾ ਪਰਿਵਾਰ ਇਸ ਬਿਮਾਰੀ ਨਾਲ ਮਰ ਗਿਆ ਹੈ, ਕੇਵਲ ਇੱਕ ਬੱਚਾ ਬਚਿਆ ਹੈ। ਚੌਕੀਦਾਰ ਨੇ ਪ੍ਰੈਸ ਦੇ ਮੈਨੇਜਰ ਸਰਦਾਰ ਲਖਬੀਰ ਸਿੰਘ ਨੂੰ ਚਿੱਠੀ ਪੜ੍ਹਾਈ ਅਤੇ ਬੇਨਤੀ ਕੀਤੀ ਕਿ ਉਹ ਉਸ ਦੀ ਤਨਖਾਹ ਦੇ ਦੇਣ। ਉਹ ਰਾਤ ਦੀ ਗੱਡੀ ਆਪਣੇ ਘਰ ਜਾਣਾ ਚਾਹੁੰਦਾ ਸੀ। ਮੈਨੇਜਰ ਸਾਹਿਬ ਕਹਿਣ ਲੱਗੇ ਕਿ ਆਪਣੀ ਥਾਂ 'ਤੇ ਕੋਈ ਆਦਮੀ ਦੇ ਜਾ। ਉੱਤਰ ਵਿੱਚ ਉਸਨੇ ਕਿਹਾ ਕਿ ਉਹ ਇਸ ਵੇਲੇ ਸਖਤ ਪਰੇਸ਼ਾਨ ਹੈ, ਆਦਮੀ ਕਿੱਥੋਂ ਲੱਭੇ। ਮੈਨੇਜਰ ਸਾਹਿਬ ਨਾ ਮੰਨੇ ਤੇ ਉਹ ਵਿਚਾਰਾ ਆਦਮੀ ਲੱਭਣ ਲਈ ਟੁਰ ਪਿਆ। ਪਰ ਆਦਮੀ ਕਿੱਥੋਂ ਲੱਭੇ, ਕਿਉਂਕਿ ਇਸ ਬਿਮਾਰੀ ਦੇ ਕਾਰਨ ਲੋਕੀ ਆਪੋ ਆਪਣੇ ਘਰ ਗਏ ਹੋਏ ਸਨ। ਫਿਰ ਆ ਕੇ ਉਸਨੇ ਤਰਲੇ ਕੱਢੇ, ਪਰ ਮੈਨੇਜਰ ਸਾਹਿਬ ਉਸ ਨੂੰ ਰੋਂਦਿਆਂ ਛੱਡ ਕੇ ਛੁੱਟੀ ਦੇ ਉਪਰੰਤ ਆਪਣੇ ਘਰ ਚਲੇ ਗਏ। ਕਿਸੇ ਨੇ ਚੌਕੀਦਾਰ ਨੂੰ ਕਿਹਾ ਕਿ ਤੂੰ ਉੱਤੇ ਜਾ ਕੇ ਵੱਡੇ ਸਰਦਾਰ ਜੀ ਨੂੰ ਮਿਲ, ਉਹ ਬੜੇ ਦਿਆਲੂ ਹਨ ਅਤੇ ਤਰਸ ਵਾਲੇ ਹਨ। ਉਹ ਰੋਂਦਾ ਰੋਂਦਾ ਉੱਪਰ ਭਾਈ ਸਾਹਿਬ ਪਾ ਪੁੱਜਾ ਅਤੇ ਸਾਰੀ ਵਿਥਿਆ ਸੁਣਾਈ। ਭਾਈ ਸਾਹਿਬ ਨੇ ਗੱਲ ਸੁਣੀ ਅਤੇ ਫਰਮਾਇਆ ਕਿ ਲਖਬੀਰ ਸਿੰਘ ਨੂੰ ਇਤਨੀ ਸਖਤੀ ਨਹੀਂ ਕਰਨੀ ਚਾਹੀਦੀ ਸੀ। ਭਾਈ ਸਾਹਿਬ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਤਨਖਾਹ ਅਸੀਂ ਦਿੰਦੇ ਹਾਂ, ਰੋ ਨਾ, ਹੌਸਲਾ ਕਰ, ਰਾਤ ਦੀ ਗੱਡੀ ਤੈਨੂੰ ਚੜ੍ਹਾ ਦਿੰਦੇ ਹਾਂ। ਭਾਈ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਇਹ ਬਿਮਾਰੀ ਬੜੀ ਭੈੜੀ ਹੈ ਅਤੇ ਉਹ ਆਪਣਾ ਖਿਆਲ ਰੱਖੇ। ਭਾਈ ਸਾਹਿਬ ਨੇ ਉਸ ਨੂੰ ਪੂਰੀ ਤਨਖਾਹ ਦਿੱਤੀ ਅਤੇ 5 ਰੁਪਏ ਹੋਰ ਆਪਣੇ ਵੱਲੋਂ ਵੀ ਦਿੱਤੇ। ਇਸ ਤੋਂ ਛੁੱਟ ਇੱਕ ਗਰਮ ਵਾਸਕਟ ਵੀ ਦਿੱਤੀ। ਚੌਕੀਦਾਰ ਘਬਰਾਇਆ ਹੋਇਆ ਸੀ, ਉਸ ਨੂੰ ਕੁਝ ਦਵਾਈ ਵੀ ਦਿੱਤੀ।
ਚੂੰਕਿ ਥੋੜ੍ਹੀ ਦੇਰ ਹੋ ਗਈ ਸੀ, ਇਸ ਲਈ ਆਪਣਾ ਟਾਂਗਾ ਮੰਗਵਾਇਆ ਅਤੇ ਕੋਚਵਾਨ ਨੂੰ ਹੁਕਮ ਦਿੱਤਾ ਕਿ ਇਸ ਨੂੰ ਗੱਡੀ ਵਿੱਚ ਬਿਠਾ ਕੇ ਆਵੇ। ਚੌਂਕੀਦਾਰ, ਜੋ ਸਾਰਾ ਦਿਨ ਰੋਂਦਾ ਰਿਹਾ ਸੀ, ਹਮਦਰਦੀ ਵਾਲਾ ਵਰਤਾਓ ਦੇਖ ਕੇ ਪਸੀਜ ਗਿਆ। ਇੱਕ ਵਾਰੀ ਭਾਈ ਸਾਹਿਬ ਨੇ ਸਰਦਾਰ ਮਨਮੋਹਨ ਸਿੰਘ ਨੂੰ ਕਿਹਾ ਕਿ ਹਰ ਚਮਕਦੀ ਚੀਜ਼ ਹੀਰਾ ਨਹੀਂ ਹੋਇਆ ਕਰਦੀ। ਇਮੀਟੇਸ਼ਨ ਵੀ ਹੀਰੇ ਵਰਗੀ ਚਮਕ ਦੇ ਸਕਦਾ ਹੈ। ਇਸ ਲਈ ਜਗਿਆਸੂ ਨੂੰ ਬੜਾ ਚੌਕੰਨਾ ਰਹਿਣਾ ਚਾਹੀਦਾ ਹੈ। ਹਮੇਸ਼ਾ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ। ਕੋਈ ਚੀਜ਼ ਨਵੀਂ ਜੋ ਪ੍ਰਭਾਵਿਤ ਕਰੇ, ਗੁਰਬਾਣੀ ਨਾਲ ਪਰਖ ਕੇ ਗ੍ਰਹਿਣ ਕਰਨੀ ਚਾਹੀਦੀ ਹੈ। ਸੁਰਤ ਨੂੰ ਲੋਕਾਂ ਦੇ ਅਸਰਾਂ, ਪ੍ਰਭਾਵਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਅੰਬਾਲੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਕਈ ਵਿਅਕਤੀ ਇੱਕੋ ਮਕਾਨ ਵਿੱਚ ਠਹਿਰੇ ਹੋਏ ਸਨ, ਜਿਨ੍ਹਾਂ ਵਿੱਚ ਭਾਈ ਸਾਹਿਬ, ਸਰਦਾਰ ਤਿਰਲੋਚਨ ਸਿੰਘ ਅਤੇ ਸਰਦਾਰ ਮਨਮੋਹਨ ਸਿੰਘ ਵੀ ਸਨ। ਸਰਦਾਰ ਤਿਰਲੋਚਨ ਸਿੰਘ ਜੀ ਅੰਮ੍ਰਿਤ ਵੇਲੇ ਟਹਿਲ ਕੇ ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਉਹ ਕੋਈ ਤੁਕ 5 ਵਾਰੀ, ਕੋਈ 2 ਜਾਂ 3 ਵਾਰੀ ਤੇ ਕੋਈ 1 ਵਾਰੀ ਪੜ੍ਹਨ। ਸਰਦਾਰ ਜੀ ਨੇ ਜਦ ਇਸ ਤਰ੍ਹਾਂ ਪਾਠ ਕਰਦਿਆਂ ਦੇਖਿਆ ਤਾਂ ਮੌਕਾ ਮਿਲਣ ਤੇ ਭਾਈ ਸਾਹਿਬ ਤੋਂ ਇਸ ਤਰ੍ਹਾਂ ਪਾਠ ਕਰਨ ਦੀ ਗੱਲ ਪੁੱਛੀ। ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਸਰਦਾਰ ਜੀ ਕੋਸ਼ਿਸ਼ ਕਰਦੇ ਹਨ ਕਿ ਇੱਕ ਪਾਠ ਤਾਂ ਜਪਜੀ ਸਾਹਿਬ ਦਾ ਹਜ਼ੂਰੀ ਵਿੱਚ ਕਰੀਏ। ਜੋ ਤੁਕ ਹਜ਼ੂਰੀ ਵਿੱਚ ਨਹੀਂ ਪੜ੍ਹੀ ਜਾਂਦੀ, ਵਾਰ-ਵਾਰ ਪੜ੍ਹਦੇ ਹਨ। ਜਦੋਂ ਜਾਪਦਾ ਹੈ ਕਿ ਇਹ ਤੁਕ ਗੁਰੂ ਨਾਨਕ ਦੇਵ ਜੀ ਨੂੰ ਸੁਣਾ ਲਈ ਹੈ, ਤਦੋਂ ਅੱਗੇ ਟੁਰਦੇ ਹਨ। ਇੱਕ ਵਾਰੀ ਭਾਈ ਸਾਹਿਬ ਨੇ ਕਿਸੇ ਨੂੰ ਕਿਹਾ ਕਿ ਬਾਣੀ ਦਾ ਪਾਠ ਜ਼ਰਾ ਉੱਚਾ ਕਰਨਾ ਚਾਹੀਦਾ ਹੈ, ਇਤਨਾ ਉੱਚਾ ਕਿ ਆਪਣੇ ਕੰਨ ਪਾਠ ਦੀ ਆਵਾਜ਼ ਸੁਣ ਸਕਣ। ਇਸ ਤਰ੍ਹਾਂ ਕਰਨ ਨਾਲ ਬਾਣੀ ਪਾਠ ਵਿੱਚ ਛੇਤੀ ਸਵਾਦ ਪੈ ਜਾਵੇਗਾ। ਇੱਕ ਦਿਨ ਭਾਈ ਸਾਹਿਬ ਸਵੇਰੇ ਆਪਣੀ ਕੋਠੀ ਦੇ ਅੰਦਰ ਸੈਰ ਕਰ ਰਹੇ ਸਨ ਤਾਂ ਗੇਟ ਦੇ ਬਾਹਰ ਆਪ ਨੇ ਦੇਖਿਆ ਕਿ ਜੱਟੀਆਂ ਖੇਤਾਂ ਵਿੱਚੋਂ ਸਰੋਂ ਦੀਆਂ ਗੰਦਲਾਂ ਦੀਆਂ ਪੰਡਾਂ ਸ਼ਹਿਰ ਵੇਚਣ ਲਈ ਲੈ ਜਾ ਰਹੀਆਂ ਹਨ। ਸਾਹ ਕੱਢਣ ਲਈ ਪੰਡਾਂ ਲਾ ਕੇ ਪੁੱਲ ਉੱਪਰ ਰੱਖੀਆਂ। ਆਪ ਨੇ ਬਾਹਰ ਜਾ ਕੇ ਦੇਖਿਆ, ਗੰਦਲਾਂ ਡਾਢੀਆਂ ਸੋਹਣੀਆਂ ਸਨ। ਕੀਮਤ ਪੁੱਛੀ, ਜੋ ਉਹਨਾਂ ਨੇ ਮੰਗਿਆ ਆਪ ਨੇ ਦੇ ਕੇ ਦੋਵੇਂ ਗੰਢਾਂ ਖਰੀਦ ਲਈਆਂ। ਜੱਟੀਆਂ ਬੜੀਆਂ ਖੁਸ਼ ਹੋਈਆਂ, ਕਿਉਂਕਿ ਉਹਨਾਂ ਨੇ ਇਹ ਭਾਰ ਚੁੱਕ ਕੇ 3-4 ਮੀਲ ਹੋਰ ਚੱਲਣਾ ਸੀ ਅਤੇ ਮੰਡੀ ਵਿੱਚ ਵੇਚਣ ਲਈ ਵੀ ਵਕਤ ਲੱਗਣਾ ਸੀ। ਇਹ ਵੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਉੱਥੇ ਕੀ ਵਟਿਆ ਜਾਵੇਗਾ। ਮੂੰਹ ਮੰਗੇ ਪੈਸੇ ਲੈ ਕੇ ਇੱਥੋਂ ਹੀ ਘਰ ਮੁੜ ਗਈਆਂ, ਅਸੀਸਾਂ ਦੇ ਰਹੀਆਂ ਸਨ, ਵੀਰਾ ਤੇਰਾ ਭਲਾ ਹੋਵੇ। ਭਾਈ ਸਾਹਿਬ ਨੇ ਆਪਣੀ ਅਰਧੰਗੀ ਨੂੰ ਕਿਹਾ ਕਿ ਇਹਨਾਂ ਨੂੰ ਚਾੜੋ, 2 ਡੰਗ ਕਰ ਲਵਾਂਗੇ ਅਤੇ ਕੁਝ ਅਚਾਰ ਪਾ ਦੇਵੋ। ਦੂਜੇ ਦਿਨ ਉਸੇ ਵੇਲੇ ਉਹ ਜੱਟੀਆਂ ਫਿਰ ਆ ਗਈਆਂ। ਅੱਜ 4 ਪੰਡਾਂ ਸਨ। ਸਾਰੀਆਂ ਹੀ ਆਖਣ, ਵੀਰਾ ਮੇਰੀ ਪੰਡ ਜ਼ਰੂਰ ਲਵੋ, ਕੱਲ ਇਹਨਾਂ ਪਾਸੋਂ ਲਈ ਸੀ, ਅੱਜ ਮੇਰੀ ਪੰਡ ਲਵੋ। ਕੱਲ ਵਾਲੀਆਂ ਜੱਟੀਆਂ ਆਪਣਾ ਹੱਕ ਜਤਲਾਵਨ। ਤਰਸਵਾਨ ਭਾਈ ਸਾਹਿਬ ਨੇ 4 ਪੰਡਾਂ ਖਰੀਦ ਲਈਆਂ। ਜੱਟੀਆਂ ਬੜੀਆਂ ਅਸੀਸਾਂ ਦਿੰਦੀਆਂ ਵੇਲੀਆਂ ਹੋ ਕੇ ਘਰ ਚਲੀਆਂ ਗਈਆਂ। ਭਾਈ ਸਾਹਿਬ ਦੇ ਘਰੋਂ ਕਹਿਣ, ਤੁਸੀਂ ਇਤਨਾ ਸਾਗ ਹੋਰ ਲੈ ਲਿਆ ਹੈ, ਮੇਰਾ ਕੌਣ ਸੰਭਾਲੇ। ਆਪ ਨੇ ਸਾਗ ਸੁਕਾਉਣ ਲਈ ਕਹਿ ਦਿੱਤਾ। ਤੀਜੇ ਦਿਨ ਪਿੰਡ ਵਿੱਚ ਗੱਲ ਫੈਲ ਗਈ, ਜੋ ਕੋਈ ਭਾਗਵਾਨ ਵੀਰ ਹੈ ਜੋ ਆਪੇ ਰਸਤੇ ਵਿੱਚ ਹੀ ਸਾਰਾ ਸਾਗ ਮੁੱਲ ਖਰੀਦ ਲੈਂਦਾ ਹੈ, ਜੋ ਮੂੰਹ ਤੋਂ ਮੰਗੋ ਦੇ ਦਿੰਦਾ ਹੈ। ਅਗਲੇ ਦਿਨ ਬਹੁਤ ਸਾਰੀਆਂ ਜੱਟੀਆਂ ਆ ਗਈਆਂ, ਮਿੰਨਤਾਂ ਕਰਨ ਕਿ ਸਾਗ ਲੈ ਲਵੋ। ਆਪ ਕਹਿਣ ਕਿ ਇਤਨਾ ਸਾਗ ਕੀ ਕਰਨਾ ਹੈ, ਹੋਰ ਨਹੀਂ ਚਾਹੀਦਾ। ਕਹਿਣ ਲੱਗੀਆਂ ਕਿ ਉਹ ਤਾਂ ਅੱਜ ਹੀ ਆਈਆਂ ਹਨ, ਕੁਝ ਤਾਂ ਸਾਡਾ ਭਾਰ ਹਲਕਾ ਕਰਵਾ ਦਿਓ, ਵੀਰਾ ਤੇਰਾ ਭਲਾ ਹੋਸੀ। ਆਪ ਹੱਸਣ ਅਤੇ ਉਹ ਮਿੰਨਤਾਂ ਕਰਨ। ਆਪ ਨੇ ਥੋੜ੍ਹਾ ਥੋੜ੍ਹਾ ਸਾਰਿਆਂ ਪਾਸੋਂ ਸਾਗ ਲਿਆ। ਆਪ ਖੁਸ਼ੀ-ਖੁਸ਼ੀ ਸਾਗ ਲੈ ਕੇ ਅੰਦਰ ਆਏ। ਘਰ ਵਾਲੀ ਨੇ ਕਿਹਾ, ਜੀਓ ਦੱਸੋ ਇਤਨਾ ਸਾਗ ਕੀ ਕਰਾਂਗੇ। ਆਪ ਨੇ ਕਿਹਾ ਕਿ ਤੁਸੀਂ ਦੇਖਿਆ ਨਹੀਂ, ਜਦੋਂ ਉਹ ਲਿਲਕ ਤੇ ਤਰਲੇ ਕਰਦੀਆਂ ਸਨ, ਵੀਰਾ ਥੋੜਾ ਮੇਰਾ ਬੋਝ ਵੀ ਹਲਕਾ ਕਰਵਾ। ਤੁਸੀਂ ਉਹਨਾਂ ਦੇ ਚਿਹਰੇ ਨਹੀਂ ਦੇਖੇ, ਮੇਰੇ ਤੋਂ ਨਹੀਂ ਰਿਹਾ ਜਾਂਦਾ, ਫਿਰ ਅਸੀਸਾਂ ਦਿੰਦੀਆਂ ਹਨ। ਅੱਜ ਕਹਿ ਦਿੱਤਾ ਹੈ, ਹੁਣ ਅੱਗੋਂ ਅਸੀਂ ਨਹੀਂ ਲਵਾਂਗੇ, ਕੱਲ ਤੋਂ ਨਹੀਂ ਆਵਣਗੀਆਂ। ਤੁਸੀਂ ਇਹ ਆਂਢ ਗੁਆਂਢ ਵੰਡ ਦੇਵੋ, ਮਾਲੀ ਗਵਾਲਾ ਚੌਂਕੀਦਾਰ ਹੋਰ ਜਿਸ ਨੂੰ ਦੇਣਾ ਹੈ ਵੰਡ ਦੇਵੋ। ਕੁਝ ਕੁ ਪਿਆਰਿਆਂ ਨੂੰ ਅਭਿਨੰਦਨ ਗ੍ਰੰਥ ਤਿਆਰ ਕਰਨ ਦਾ ਖਿਆਲ ਫੁਰਿਆ। ਇਸ ਕੰਮ ਲਈ ਭਾਈ ਸਾਹਿਬ ਤੋਂ ਇਜਾਜ਼ਤ ਲੈਣੀ ਜ਼ਰੂਰੀ ਸੀ। ਉਹ ਭਾਈ ਸਾਹਿਬ ਪਾਸ ਆਏ ਅਤੇ ਆਗਿਆ ਮੰਗੀ, ਪਰ ਆਪ ਇਸ ਲਈ ਨਾ ਮੰਨੇ। ਉਹਨਾਂ ਨੇ ਇਹ ਕੰਮ ਡਾਕਟਰ ਬਲਬੀਰ ਸਿੰਘ ਨੂੰ ਸੌਂਪ ਦਿੱਤਾ ਕਿ ਉਹ ਕਿਸੇ ਤਰ੍ਹਾਂ ਭਾਈ ਸਾਹਿਬ ਨੂੰ ਮਨਾਉਣ। ਡਾਕਟਰ ਸਾਹਿਬ ਨੇ ਮੌਕਾ ਦੇਖ ਕੇ ਭਾਈ ਸਾਹਿਬ ਨੂੰ ਪੰਜਾਬੀ ਦੀ ਮਸ਼ਹੂਰੀ ਅਤੇ ਪੰਜਾਬੀ ਦੀ ਵਡਿਆਈ ਬਾਰੇ ਦਲੀਲਾਂ ਦਿੱਤੀਆਂ ਅਤੇ ਕਿਹਾ ਕਿ ਇਸੀ ਬਹਾਨੇ ਹਿੰਦ ਦੇ ਵੱਡੇ ਵੱਡੇ ਲਿਖਾਰੀਆਂ ਦੇ ਲੇਖ ਇਕੱਤਰ ਹੋ ਜਾਣਗੇ, ਪੰਜਾਬੀ ਦੀ ਸ਼ੋਭਾ ਦੁਨੀਆ ਵਿੱਚ ਫੈਲੇਗੀ। ਇਸ ਦਲੀਲ ਅੱਗੇ ਆਪ ਝੁਕ ਗਏ ਅਤੇ ਅਭਿਨੰਦਨ ਗ੍ਰੰਥ ਲਈ ਤਿਆਰੀਆਂ ਸ਼ੁਰੂ ਹੋ ਗਈਆਂ।
ਆਪ ਨੇ ਇਹ ਇਕਰਾਰ ਲਿਆ ਕਿ ਖਰਚੇ ਲਈ ਅਪੀਲ ਨਹੀਂ ਕੀਤੀ ਜਾਵੇਗੀ। ਆਪ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਗਈਆਂ। ਉਹਨਾਂ ਦਿਨਾਂ ਦੀ ਵੀ ਇੱਕ ਤਸਵੀਰ ਭਾਈ ਸਾਹਿਬ ਜੀ ਦੀ ਚਾਹੀਦੀ ਸੀ। ਆਪ ਬੰਬਈ ਜਾਂਦੇ ਹੋਏ ਰਸਤੇ ਵਿੱਚ ਦਿੱਲੀ ਰੁਕੇ। ਇਹ ਕੰਮ ਮਲਕ ਤੇਜਾ ਸਿੰਘ ਦੇ ਸਪੁਰਦ ਕੀਤਾ ਗਿਆ। ਮਲਕ ਸਾਹਿਬ ਨੇ ਮੁਸ਼ਕਲ ਨਾਲ ਉਹਨਾਂ ਨੂੰ ਮਨਾ ਕੇ ਇੱਕ ਤਸਵੀਰ ਉਤਰਵਾਈ। ਆਪ ਤਸਵੀਰ ਉਤਰਵਾ ਕੇ ਉਦਾਸ ਹੋ ਗਏ। ਆਪ ਪਾਸੋਂ ਉਦਾਸੀ ਦਾ ਕਾਰਨ ਪੁੱਛਿਆ ਗਿਆ ਤਾਂ ਆਪ ਨੇ ਫਰਮਾਇਆ ਕਿ ਉਹਨਾਂ ਇਹ ਤਸਵੀਰ ਖਿਚਵਾ ਕੇ ਭੁੱਲ ਕੀਤੀ ਹੈ। ਆਪ ਨੇ ਫਰਮਾਇਆ ਕਿ ਜੇ ਹੁਣ ਨੈਗੇਟਿਵ ਲਿਆ ਦੇਵੋ ਤਾਂ ਮੇਰੀ ਤਬੀਅਤ ਖੇੜੇ ਵਿੱਚ ਆਵੇਗੀ। ਨੈਗੇਟਿਵ ਲਿਆ ਕੇ ਆਪ ਨੂੰ ਦਿੱਤਾ ਗਿਆ ਅਤੇ ਉਸ ਨੂੰ ਆਪਣੇ ਹੱਥ ਨਾਲ ਫਾੜ ਦਿੱਤਾ। ਅਭਿਨੰਦਨ ਗ੍ਰੰਥ ਤਿਆਰ ਹੋ ਚੁੱਕਾ ਸੀ। ਇਸ ਲਈ ਬਣਾਈ ਗਈ ਕਮੇਟੀ ਨੇ ਫੈਸਲਾ ਕੀਤਾ ਕਿ ਇੱਕ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਚੋਣਵੇਂ ਸੱਜਣਾਂ ਨੂੰ ਸੱਦਾ ਪੱਤਰ ਭੇਜਿਆ ਜਾਵੇ ਅਤੇ ਡਾਕਟਰ ਰਜਿੰਦਰ ਪ੍ਰਸਾਦ ਜੀ ਦੇ ਹੱਥੋਂ ਆਪ ਨੂੰ ਇਹ ਭੇਂਟ ਕਰਵਾਇਆ ਜਾਵੇ। ਕਮੇਟੀ ਦੇ ਸੱਜਣ ਡਾਕਟਰ ਰਜਿੰਦਰ ਪ੍ਰਸਾਦ ਜੀ ਪਾਸ ਗਏ ਅਤੇ ਉਹਨਾਂ ਨੂੰ ਮਨਾ ਲਿਆ। ਜਦੋਂ ਇਹ ਤਜਵੀਜ਼ ਆਪ ਜੀ ਪਾਸ ਪੁੱਜੀ ਤਾਂ ਆਪ ਨੇ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਤੱਕ ਗ੍ਰੰਥ ਆਪ ਨੂੰ ਭੇਂਟ ਨਾ ਕੀਤਾ ਜਾਵੇ ਤਦੋਂ ਤੱਕ ਇਹ ਲੋਕਾਂ ਤੱਕ ਨਹੀਂ ਅੱਪੜ ਸਕਦਾ ਸੀ। ਆਖਰ ਇਹ ਤਜਵੀਜ਼ ਹੋਈ ਕਿ 94 ਸੱਜਣ ਆਪ ਪਾਸ ਜਾ ਕੇ ਉੱਥੇ ਹੀ ਆਪ ਨੂੰ ਭੇਂਟ ਕਰ ਦੇਣ। ਇਸ ਕੰਮ ਲਈ ਸਰਦਾਰ ਹਰਨਾਮ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਗਿਆ। ਮੌਕਾ ਦੇ ਕੇ ਉਹਨਾਂ ਭਾਈ ਸਾਹਿਬ ਨਾਲ ਗੱਲ ਕੀਤੀ, ਪਰ ਆਪ ਇਸ ਲਈ ਵੀ ਨਾ ਮੰਨੇ। ਸਰਦਾਰ ਹਰਨਾਮ ਸਿੰਘ ਉਹਨਾਂ ਤੇ ਜ਼ੋਰ ਪਾਉਣ ਕਿ ਕੁਝ ਫੈਸਲਾ ਕਰੋ। ਉਹਨਾਂ ਕਿਹਾ ਕਿ ਤੁਸੀਂ ਮੇਰੀ ਹਉਮੈ ਨੂੰ ਪੱਠੇ ਪਾਉਂਦੇ ਹੋ। ਸਾਰੀ ਉਮਰ ਇਸ ਹਉਮੈ ਤੋਂ ਬਚਣ ਦਾ ਯਤਨ ਕਰਦਾ ਰਿਹਾ ਹਾਂ। ਫੂਕ ਕੇ ਪੈਰ ਰੱਖਦਾ ਰਿਹਾ ਹਾਂ। ਇਹ ਸਾਰੀਆਂ ਗੱਲਾਂ ਹਉਮੈ ਦੀ ਖੁਰਾਕ ਪੈਦਾ ਕਰਦੀਆਂ ਹਨ। ਜ਼ਿਆਦਾ ਜ਼ੋਰ ਦੇਣ ਤੇ ਆਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੋਈ ਸਮਾਰੋਹ ਨਾ ਕੀਤਾ ਜਾਵੇ। ਸਿੱਖ ਐਜੂਕੇਸ਼ਨਲ ਕਾਨਫਰੰਸ ਬੰਬਈ ਹੋ ਰਹੀ ਹੈ। ਉਹਨਾਂ ਨੇ ਉੱਥੇ ਜਾਣਾ ਹੈ ਅਤੇ ਮਲਕ ਹਰਦੀਪ ਸਿੰਘ ਕਾਨਫਰੰਸ ਦੇ ਪ੍ਰਧਾਨ ਹੋਣਗੇ। ਉਹ ਉਹਨਾਂ ਨੂੰ ਉੱਥੇ ਹੀ ਦੇ ਦੇਣ, ਪਰ ਸ਼ਰਤ ਇਹ ਹੈ ਕਿ ਇਸ ਬਾਰੇ ਕਿਸੇ ਅਖਬਾਰ, ਇਸ਼ਤਿਹਾਰ ਜਾਂ ਕਾਨਫਰੰਸ ਦੇ ਕਿਸੇ ਪ੍ਰੋਗਰਾਮ ਵਿੱਚ ਇਹ ਨਾ ਛਾਪਿਆ ਜਾਵੇ। ਸਾਰਿਆਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ। ਭਾਵੇਂ ਉਹਨਾਂ ਦੀ ਖੁਆਇਸ਼ ਇੱਕ ਚੰਗੀ ਪਾਰਟੀ ਕਰਨ ਦੀ ਸੀ, ਜਿਸ ਦੇ ਲਈ ਉਹਨਾਂ ਪਾਸ ਕਾਫੀ ਫੰਡ ਸਨ। ਮਲਕ ਜੀ ਨੇ ਗ੍ਰੰਥ ਭੇਟ ਕੀਤਾ। ਸੰਗਤਾਂ ਨੇ ਭਾਈ ਸਾਹਿਬ ਨੂੰ ਦਰਸ਼ਨ ਦੇਣ ਲਈ ਮਜਬੂਰ ਕੀਤਾ। ਆਪ ਸਟੇਜ ਪਰ ਆਏ। ਹੱਥ ਜੋੜ ਕੇ ਨੇਤਰ ਬੰਦ ਕਰਕੇ ਵਾਹਿਗੁਰੂ ਜੀ ਕੀ ਫਤਿਹ ਗਜਾਈ। ਆਪ ਨੇ ਮੁਖਾਰਬਿੰਦ ਤੋਂ ਇਹ ਅੱਖਰ ਉਚਾਰੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਤਿਗੁਰੂ ਸੰਗ ਕੀ ਰੇ ਹਮ ਥਾਪੇ। ਕਮੇਟੀ ਚਾਹੁੰਦੀ ਸੀ ਕਿ ਅਭਿਨੰਦਨ ਗ੍ਰੰਥ ਦੀ ਜਲਦੀ ਤੋਂ ਜਲਦੀ ਵਿਕਰੀ ਹੋਵੇ। ਇਸ ਲਈ ਖਾਲਸਾ ਸਮਾਚਾਰ ਦੇ ਐਡੀਟਰ ਭਾਈ ਮਾਹ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਅਭਿਨੰਦਨ ਗ੍ਰੰਥ ਦਾ ਰਿਵਿਊ ਕੱਢ ਦੇਣ। ਉਹਨਾਂ ਨੇ ਰਿਵਿਊ ਕੱਢ ਦਿੱਤਾ। ਜਦੋਂ ਸਮਾਚਾਰ ਦਾ ਪਰਚਾ ਭਾਈ ਸਾਹਿਬ ਨੇ ਦੇਖਿਆ ਤਾਂ ਬੜੇ ਉਦਾਸ ਹੋਏ ਕਿ ਉਹਨਾਂ ਦੀ ਹੀ ਅਖਬਾਰ ਵਿੱਚ ਰਿਵਿਊ ਕੱਢ ਦਿੱਤਾ ਗਿਆ ਹੈ। ਆਪ ਬਹੁਤ ਸਮੇਂ ਤੱਕ ਉਦਾਸ ਰਹੇ। ਕਿਤਨਾ ਸਮਾਂ ਉਦਾਸ ਚਿੱਤ ਇਸ ਵਿਸ਼ੇ ਪਰ ਬਚਨ ਕਰਦੇ ਰਹੇ। ਉਸ ਅਖਬਾਰ ਦੇ ਉੱਤੇ ਇੱਕ ਚਿੱਟ ਲਗਾ ਦਿੱਤੀ, ਜਿਸ ਪਰ ਲਿਖਿਆ ਕਿ ਸੱਜਣ ਜੀ ਛਾਤੀ ਪਰ ਹੱਥ ਰੱਖ ਕੇ ਦਿਲ ਨੂੰ ਸੰਭਾਲ ਕੇ ਪੜੋ। ਰੱਜ ਕੇ ਭੰਡ ਲਿਆ ਜੇ, ਹੁਣ ਤਾਂ ਆਖੋ ਬਸ। ਕੱਚੀ ਰੀਝੇ ਕੋਈ ਨਾ ਬੁਝੇ, ਤਾਂ ਭਰਦਾ ਰਸ। ਨਿੰਦਾ ਉਸਤਤ ਦੋਊ ਬਿਬਰਜਤ, ਨਾ ਰੋਆ ਨਾ ਪਿਆ ਹੱਸ। ਦਵਤਾਤੀਤ ਸੁੱਖ ਦਾ ਡੇਰਾ, ਉਹ ਥਾਂ ਦੇ ਕੋਈ ਦੱਸ। 1912-13 ਦੀ ਗੱਲ ਹੈ, ਜਦੋਂ ਪ੍ਰੋਫੈਸਰ ਪੂਰਨ ਸਿੰਘ ਦੇ ਅੰਦਰ ਗੁਰੂ ਦਾ ਪਿਆਰ ਜਾਗ ਪਿਆ ਸੀ ਤੇ ਜੀਵਨ ਪਲਟ ਗਿਆ ਸੀ। ਉਹ ਥੋੜੇ ਦਿਨਾਂ ਲਈ ਅੰਮ੍ਰਿਤਸਰ ਆਏ। ਉਹ ਭਾਈ ਵੀਰ ਸਿੰਘ ਦੇ ਚਰਨਾਂ ਤੇ ਡਿੱਗ ਕੇ ਰੋਈ ਜਾਣ। ਭਾਈ ਸਾਹਿਬ ਨੇ ਪਿਆਰ ਕੀਤਾ ਤੇ ਰੋਣ ਦਾ ਕਾਰਨ ਪੁੱਛਿਆ। ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਹੁਕਮ ਲੈਣ ਆਇਆ ਹਾਂ ਅਤੇ ਆਪ ਆਗਿਆ ਦੇਵੋ ਤਾਂ ਜੋ ਮੈਂ ਨੌਕਰੀ ਛੱਡ ਦੇਵਾਂ। ਪ੍ਰੋਫੈਸਰ ਸਾਹਿਬ ਦੇਹਰਾਦੂਨ ਫਾਰੈਸਟ ਇੰਸਟੀਚਿਊਟ ਦੇ ਕੈਮਿਸਟ ਸਨ। ਉੱਥੇ ਰਿਸਰਚ ਤੇ ਲੱਗੇ ਹੋਏ ਸਨ ਅਤੇ ਲਗਭਗ 1500 ਰੁਪਏ ਤਨਖਾਹ ਲੈਂਦੇ ਸਨ। ਫਿਰ ਬੇਨਤੀ ਕੀਤੀ ਕਿ ਆਪ ਨੇ ਹੁਕਮ ਦਿੱਤਾ ਹੈ ਕਿ 8 ਪੈਰ ਹਜ਼ੂਰੀ ਵਿੱਚ ਵਸਣਾ ਹੈ। ਇਹ ਦੋਵੇਂ ਕੰਮ ਨਹੀਂ ਹੋ ਸਕਦੇ। ਇਸ ਲਈ ਦੁਖੀ ਹੋ ਕੇ ਆਪ ਜੀ ਦੇ ਪਾਸ ਨੌਕਰੀ ਛੱਡਣ ਦੀ ਆਗਿਆ ਲੈਣ ਆਇਆ ਹਾਂ। ਤੁਸੀਂ ਉਹਨਾਂ ਗੁਰਸਿੱਖਾਂ ਦੀਆਂ ਮਿਸਾਲਾਂ ਦਿੰਦੇ ਹੋ ਜੋ ਕਮਾਲ ਤੱਕ ਪੁੱਜੇ ਹਨ। ਉਹਨਾਂ ਵਿੱਚ ਜ਼ਿਆਦਾ ਜੱਟ ਸਿੱਖ ਹਨ। ਜੱਟ ਜੇ ਹਲ ਵਾਰਿਆ ਹੈ ਤਾਂ ਉਹ ਮੁਖ ਤੋਂ ਬਾਣੀ ਪੜ੍ਹ ਰਿਹਾ ਹੈ, ਉਸ ਨੂੰ ਕੋਈ ਰੁਕਾਵਟ ਨਹੀਂ। ਜੱਟ ਜੇ ਕਣਕ ਬੀਜ ਰਿਹਾ ਹੈ, ਸੁਰਤ ਗੁਰੂ ਦੇ ਚਰਨਾਂ ਨਾਲ ਜੋੜ ਰੱਖੇ, ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਜੱਟ ਜੇ ਕਣਕ ਵੱਢ ਰਿਹਾ ਹੈ ਤੇ ਧਿਆਨ ਗੁਰੂ ਚਰਨਾਂ ਵਿੱਚ ਰੱਖਿਆ ਹੈ ਤਾਂ ਕੋਈ ਰੁਕਾਵਟ ਨਹੀਂ ਪੈਂਦੀ। ਮੈਨੂੰ ਲੈਬੋਰਟਰੀ ਵਿੱਚ ਕੰਮ ਕਰਨਾ ਪੈਂਦਾ ਹੈ, ਰਿਸਰਚ ਦਾ ਕੰਮ ਹੈ।
ਜਦੋਂ ਤੱਕ ਚਿੱਤ ਨਾ ਜੋੜਾਂ ਕੁਝ ਨਹੀਂ ਕਰ ਸਕਦਾ। ਇਹ ਕੰਮ ਕਰਦਿਆਂ ਦੋ ਕੰਮ ਨਹੀਂ ਹੋ ਸਕਦੇ। ਬਖਸ਼ ਲਵੋ, ਹੁਕਮ ਨਹੀਂ ਮੰਨ ਰਿਹਾ। ਨੌਕਰੀ ਛੱਡ ਕੇ ਧਿਆਨ ਕਰਾਂਗਾ ਤਾਂ ਜੋ ਆਪਦੇ ਹੁਕਮ ਪਰ ਅਮਲ ਕਰ ਸਕਾਂ। ਭਾਈ ਸਾਹਿਬ ਨੇ ਪਿਆਰ ਕੀਤਾ ਅਤੇ ਫਰਮਾਇਆ ਕਿ ਨੌਕਰੀ ਛੱਡਣ ਦੀ ਲੋੜ ਨਹੀਂ ਅਤੇ ਅਸੀਂ ਆਪ ਦੇ ਪਾਸੋਂ ਇਹ ਸਬਕ ਇਸੀ ਤਰ੍ਹਾਂ ਪਕਵਾਣਾ ਹੈ। ਗ੍ਰਹਸਥ ਵਿੱਚ ਰਹਿੰਦਿਆਂ ਨੌਕਰੀ ਕਰਦਿਆਂ ਘਰ ਆਵੋ ਤਦੋਂ ਬੱਚੇ ਆਪ ਦੀਆਂ ਟੰਗਾਂ ਨੂੰ ਜੱਫੀ ਪਾ ਲੈਣ ਤੇ ਕਹਿਣ ਕਿ ਪਾਪਾ ਜੀ ਮੈਨੂੰ ਬੂਟ ਲੈ ਦਿਓ, ਮੈਨੂੰ ਕਿਤਾਬ ਲੈ ਦਿਓ। ਇਹ ਸਾਰੇ ਕਾਰਜ ਕਰਦਿਆਂ ਜੋ ਨਾਮ ਪੱਕੇਗਾ ਉਹ ਅੰਦਰ ਸਿੰਜਰੇਗਾ, ਅੰਦਰ ਪੱਕਾ ਟਿਕੇਗਾ। ਚਲੋ ਆਪ ਨੂੰ ਛੋਟ ਕਰ ਦਿੰਦੇ ਹਾਂ। 24 ਘੰਟਿਆਂ ਦੀ ਥਾਂ ਹਾਲਾਂ ਜੋ ਵਿਹਲਾ ਸਮਾਂ ਆਪ ਨੂੰ ਮਿਲਦਾ ਹੈ ਸੰਭਾਲੋ। ਰਾਤ ਸਾਰੀ ਆਪ ਪਾਸ ਹੈ, ਘੱਟ ਸੋਵੋ। ਅੰਮ੍ਰਿਤ ਵੇਲੇ ਜਾਗ ਕੇ 8-9 ਵਜੇ ਤੱਕ ਮਿੱਠੀ ਕਾਰ ਕਰੋ। ਫਿਰ ਸ਼ਾਮ ਨੂੰ ਦਫ਼ਤਰ ਤੋਂ ਆ ਕੇ ਕੁਝ ਸਮਾਂ ਕੱਢ ਸਕਦੇ ਹੋ। ਇਸ ਤਰ੍ਹਾਂ ਨਾਮ ਅੰਦਰ ਸਿੰਜਰਦਾ ਜਾਵੇਗਾ। ਇਹ ਦਿਨਾਂ ਦੀ ਕਾਰ ਨਹੀਂ, ਜਨਮਾਂ ਦੀ ਕਾਰ ਹੈ। ਸੋ ਜਿਸ ਤਰ੍ਹਾਂ ਦੱਸਦੇ ਹਾਂ ਲੱਗੇ ਰਹੋ, ਨੌਕਰੀ ਛੱਡਣ ਦੀ ਲੋੜ ਨਹੀਂ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਸ ਤਰ੍ਹਾਂ ਪਿਆਰ ਕਰਕੇ ਸਮਝਾ ਕੇ ਰੋਂਦੇ ਆਏ ਨੂੰ ਖੇੜੇ ਨਾਲ ਭਰ ਕੇ ਵਾਪਸ ਦੇਹਰਾਦੂਨ ਭੇਜਿਆ। ਬੀਬੀ ਸੰਤ ਜੀ ਦੇ ਦੇਵਰ ਭਗਤ ਮੁਕੰਦ ਲਾਲ ਜੀ ਨੂੰ ਲਾਹੌਰ ਦਾ ਵਸੇਬਾ ਛੱਡ ਕੇ ਆਪਣੀ ਜ਼ਮੀਨ ਤੇ ਜਾਣਾ ਪਿਆ। ਬੀਬੀ ਸੰਤ ਜੀ ਵੀ ਉਹਨਾਂ ਦੇ ਨਾਲ ਗਏ। ਉਹ ਥਾਂ ਉਜਾੜ ਸੀ ਅਤੇ ਕੱਚੇ ਮਕਾਨ ਸਨ। ਛੱਤ ਤੋਂ ਮਿੱਟੀ ਡਿੱਗਦੀ ਸੀ। ਉੱਥੇ ਲਾਹੌਰ ਦੇ ਸਾਰੇ ਸੁੱਖ ਆਰਾਮ ਖਤਮ ਹੋ ਗਏ। ਉਹਨਾਂ ਨੂੰ ਵੱਡਾ ਦੁੱਖ ਇਹ ਸੀ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਹੋਵਣ, ਜਿਸ ਕਰਕੇ ਉਹਨਾਂ ਦਾ ਚਿੱਤ ਪ੍ਰਭੂ ਚਰਨਾਂ ਵਿੱਚ ਨਾ ਜੁੜੇ ਅਤੇ ਉਦਾਸ ਰਹਿਣ। ਉਹਨਾਂ ਨੇ ਆਪਣੀ ਦਸ਼ਾ ਭਾਈ ਸਾਹਿਬ ਨੂੰ ਲਿਖੀ। ਭਾਈ ਸਾਹਿਬ ਨੇ ਇਹ ਰੁਬਾਈ ਲਿਖ ਕੇ ਉੱਤਰ ਵਿੱਚ ਭੇਜੀ। ਚੁੰਝ ਨਾਲ ਚੋਗਾ ਚੁਣ ਚਿੜੀਏ ਤੇਰੇ ਮੂੰਹ ਵਿੱਚ ਪਾਇਆ, ਚੋਗੇ ਨਾਲ ਉਹਨਾਂ ਨੇ ਤੈਂ ਵਿੱਚ ਤਾਨ ਉਡੰਦਾ ਲਾਇਆ। ਖੰਭ ਹੀਨਾ ਵਿੱਚ ਬੈਠ ਤੁਦੇ ਨੇ ਕਿਉਂ ਰਿੜਨਾ ਸਿੱਖ ਲਿੱਤਾ, ਉੱਡਣ ਤਾਨ ਅਜੇ ਤੈ ਅੰਦਰ ਰਹੀਏ ਉਹਨੂੰ ਜਗਾਇਆ। ਰੁਬਾਈ ਪੜ੍ਹ ਕੇ ਬੀਬੀ ਜੀ ਨੂੰ ਹੋਸ਼ ਆ ਗਈ। ਚਿੱਤ ਸੰਭਲ ਗਿਆ ਤੇ ਰੁਬਾਈ ਦੀ ਸਿੱਖਿਆ ਪਰ ਅਮਲ ਕਰਨਾ ਆਰੰਭਿਆ। ਥੋੜੇ ਦਿਨਾਂ ਵਿੱਚ ਮਿਹਰ ਹੋ ਗਈ ਅਤੇ ਬਾਬਾ ਜੀ ਦਾ ਪ੍ਰਕਾਸ਼ ਵੀ ਕਰ ਲਿਆ। ਭਾਈ ਸਾਹਿਬ ਜੀ ਦੇ ਛੋਟੇ ਭਰਾਤਾ ਭਾਈ ਜੈ ਰਾਜ ਸਿੰਘ ਜੀ ਜਵਾਨੀ ਵਿੱਚ ਹੀ ਦਾਤੇ ਪਾਸ ਅੱਪੜ ਗਏ। ਉਹਨਾਂ ਦੇ ਗੁਜ਼ਰਨ ਤੋਂ 15 ਕੁ ਦਿਨ ਪਹਿਲਾਂ ਬੀਬੀ ਸੰਤ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ ਅਤੇ ਉਹਨਾਂ ਨੇ ਬੀਬੀ ਜੀ ਨੂੰ ਚਾਹ ਛਕਾਈ ਸੀ। ਇਸ ਦੁੱਖ ਦੇ ਸਮੇਂ ਉਹ ਭਾਈ ਸਾਹਿਬ ਪਾਸ ਅੰਮ੍ਰਿਤਸਰ ਆਏ ਅਤੇ ਚਰਨਾਂ ਤੇ ਸਿਰ ਰੱਖ ਕੇ ਰੋਈ ਜਾਣ। ਭਾਈ ਸਾਹਿਬ ਉਹਨਾਂ ਨੂੰ ਧੀਰਜ ਦੇਣ ਪਰ ਉਹਨਾਂ ਦਾ ਰੋਣਾ ਬੰਦ ਨਾ ਹੋਵੇ। ਜਦ ਆਪ ਦਾ ਰੋਣਾ ਬੰਦ ਨਾ ਹੋਇਆ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਉੱਚਿਆਂ ਕਰਨ ਆਏ ਹੋ ਜਾਂ ਡੇਗਣ ਆਏ ਹੋ। ਹੌਸਲਾ ਕਰੋ, ਆਪ ਦੇ ਭਰਾ ਦਾ ਅਹੁਦਾ ਵਧਿਆ ਹੈ। ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੱਦ ਕੇ ਆਪਣੀ ਖਾਸ ਸੇਵਾ ਵਿੱਚ ਲਾਇਆ ਹੈ। ਤੁਸੀਂ ਭੈਣ ਹੋ, ਜੇਕਰ ਭਰਾਵਾਂ ਦੀ ਤਰੱਕੀ ਹੋਵੇ ਤਾਂ ਭੈਣਾਂ ਨੂੰ ਖੁਸ਼ ਹੋਣਾ ਚਾਹੀਦਾ ਹੈ। ਬੀਬੀ ਜੀ ਨੇ ਕਿਹਾ ਕਿ ਚਿੱਤ ਸੰਭਲਦਾ ਨਹੀਂ, ਅਜੇ 2 ਹਫ਼ਤੇ ਹੀ ਹੋਏ ਹਨ, ਦੇਖ ਕੇ ਗਈ ਸਾਂ, ਉਹ ਉਸੀ ਤਰ੍ਹਾਂ ਹੀ ਦਿਸਦੇ ਹਨ। ਭਾਈ ਸਾਹਿਬ ਨੇ ਕਿਹਾ ਕਿ ਜੇ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਜੈ ਰਾਜ ਸਿੰਘ ਸੁਖੀ ਹੈ, ਉੱਚੇ ਟਿਕਾਣੇ ਗਿਆ ਹੈ, ਫਿਰ ਤਾਂ ਆਪ ਨੂੰ ਹੌਸਲਾ ਆ ਜਾਸੀ। ਉੱਤਰ ਵਿੱਚ ਬੀਬੀ ਜੀ ਨੇ ਕਿਹਾ ਜੀ ਉਮੀਦ ਹੈ। ਭਾਈ ਸਾਹਿਬ ਨੇ ਕਿਹਾ ਕਿ ਘਰ ਜਾ ਕੇ ਇਕਾਂਤ ਵਿੱਚ 5 ਪਾਠ ਜਪਜੀ ਸਾਹਿਬ ਅਤੇ 1 ਪਾਠ ਸੁਖਮਨੀ ਸਾਹਿਬ ਜੀ ਦਾ ਕਰਕੇ ਅਰਦਾਸ ਕਰੋ, ਵਾਹਿਗੁਰੂ ਜੀ ਹੌਸਲਾ ਦੇਣਗੇ। ਬੀਬੀ ਜੀ ਘਰ ਆਏ ਅਤੇ ਸ਼ਾਮ ਨੂੰ ਪਾਠ ਕਰਕੇ ਅਰਦਾਸਾ ਸੋਧਿਆ। ਫਿਰ ਰਾਤ ਨੂੰ ਨਾਮ ਜਪਦੇ ਸੋ ਗਏ। ਉਹਨਾਂ ਨੇ ਸੁਪਨੇ ਵਿੱਚ ਦੇਖਿਆ ਕਿ ਉਹਨਾਂ ਨੂੰ ਖੰਭ ਲੱਗ ਗਏ ਹਨ ਅਤੇ ਉਹ ਉੱਪਰ ਉੱਡਦੇ ਜਾ ਰਹੇ ਹਨ। ਬਹੁਤ ਦੂਰ ਜਾ ਕੇ ਇੱਕ ਥਾਂ ਤੇ ਕੋਈ ਜੰਗਲ ਆਇਆ। ਉੱਥੇ ਉਤਰੀ ਤੇ ਕੀ ਦੇਖਿਆ ਕਿ ਲਾਲ ਇੱਟਾਂ ਦੇ ਨਵੇਂ ਹੀ ਮਕਾਨ ਬਣੇ ਹਨ। ਅੱਗੇ ਜਾ ਕੇ ਕੀ ਦੇਖਿਆ ਕਿ ਇੱਕ ਪਲੰਗ ਵਿਛਿਆ ਹੈ, ਉੱਪਰ ਕੋਈ ਸੁੱਤਾ ਪਿਆ ਹੈ, ਉੱਪਰ ਚਾਦਰ ਕੀਤੀ ਹੋਈ ਹੈ। ਜਦੋਂ ਗੌਰ ਨਾਲ ਦੇਖਿਆ ਤਾਂ ਭਾਈ ਜੈ ਰਾਜ ਸਿੰਘ ਜੀ ਹੀ ਸਨ। ਕੇਸ ਹਰੇ ਕੀਤੇ ਹੋਏ ਸਨ, ਕੇਸ ਹੇਠਾਂ ਲਮਕ ਰਹੇ ਸਨ। ਦੇਖ ਕੇ ਉਹਨਾਂ ਨੇ ਕਿਹਾ ਕਿ ਬੀਬੀ ਜੀ ਤੁਸੀਂ ਆ ਗਏ ਹੋ। ਬੀਬੀ ਜੀ ਨੇ ਹਾਂ ਵਿੱਚ ਉੱਤਰ ਦਿੱਤਾ ਅਤੇ ਕਿਹਾ ਕਿ ਸੁਣਿਆ ਸੀ ਤੁਸੀਂ ਬਿਮਾਰ ਹੋ, ਤਕਲੀਫ ਵਿੱਚ ਹੋ। ਉਹਨਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ, ਕੋਈ ਤਕਲੀਫ ਨਹੀਂ। ਆਪ ਨੂੰ ਕਿਸੇ ਨੇ ਗਲਤ ਕਿਹਾ ਹੈ, ਮੈਂ ਸੁਖੀ ਹਾਂ। ਫਿਰ ਪੁੱਛਿਆ ਕਿ ਬੀਬੀ ਜੀ ਕੀਰਤਨ ਸੁਣਨਾ ਹੈ। ਬੀਬੀ ਜੀ ਨੇ ਕਿਹਾ ਕਿ ਸੁਣਾਓ। ਇਤਨੇ ਨੂੰ ਇੱਕ ਬੀਬੀ ਆ ਗਈ, ਚਿੱਟੇ ਸਫੇਦ ਕੱਪੜੇ ਪਾਏ ਹੋਏ ਸਨ। ਜਦੋਂ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਤਾਂ ਹਰਬੰਸ ਸੂਰੀ ਹੈ। ਇਹ ਵੀ ਉਦੋਂ ਹੀ ਗੁਜ਼ਰੀ ਸੀ। ਵਾਜਾ ਆ ਗਿਆ ਅਤੇ ਉਸਨੇ ਸ਼ਬਦ ਪੜਿਆ, ਮੋਹਨ ਪ੍ਰਾਣ ਮਾਨ ਰੰਗੀਲੇ। ਕੀਰਤਨ ਖਤਮ ਹੋਇਆ, ਆਪੇ ਹੀ ਵਾਜਾ ਚਲਾ ਗਿਆ, ਹਰਬੰਸ ਵੀ ਚਲੀ ਗਈ।
ਅਤੇ ਬੀਬੀ ਉਹ ਵੀ ਉੱਡ ਪਈ। ਇਸੇ ਤਰ੍ਹਾਂ ਉੜਦੀ ਉੜਦੀ ਹੇਠਾਂ ਆ ਗਈ ਤੇ ਜਾਗ ਖੁੱਲ੍ਹ ਗਈ। ਬੀਬੀ ਸੰਤ ਦੇ ਕੰਨ ਠੀਕ ਨਹੀਂ ਹੁੰਦੇ ਸਨ। ਇੱਕ ਵਾਰ ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਸੰਤ, ਤੇਰੇ ਕੰਨ ਠੀਕ ਨਹੀਂ ਹੁੰਦੇ। ਅਸੀਂ ਕਈ ਵਾਰੀ ਅਰਦਾਸ ਵੀ ਕੀਤੀ ਹੈ, ਕਿਧਰੇ ਤੂੰ ਆਪਣੇ ਆਪ ਨੂੰ ਸਰਾਪ ਤੇ ਨਹੀਂ ਦਿੱਤਾ? ਬੀਬੀ ਜੀ ਨੇ ਕਿਹਾ, ਹਾਂ ਦਿੱਤਾ ਹੈ। ਜਦੋਂ ਮੇਰੇ ਸਹੁਰਾ ਸਾਹਿਬ ਸਿੱਖਾਂ ਦੀ ਅਤੇ ਆਪ ਜੀ ਦੀ ਨਿੰਦਾ ਕਰਦੇ ਸਨ, ਤਦੋਂ ਮੈਂ ਆਖਦੀ ਸਾਂ ਕਿ ਹੇ ਵਾਹਿਗੁਰੂ ਜੀ, ਮੇਰੇ ਕੰਨ ਨਾ ਰਹਿਣ ਤਾਂ ਜੋ ਮੈਂ ਆਪਣੀ ਕੰਨੀ ਇਹ ਨਿੰਦਾ ਨਾ ਸੁਣਾ। ਭਾਈ ਸਾਹਿਬ ਨੇ ਫਰਮਾਇਆ, ਲੈ ਫਿਰ ਤੈਨੂੰ ਆਪਣਾ ਹੀ ਸਰਾਪ ਲੱਗਾ ਹੈ, ਇਸ ਨੂੰ ਕੌਣ ਹਟਾਵੇ। ਇਹ ਯਾਦ ਰੱਖੋ ਕਿ ਆਪਣੇ ਆਪ ਨੂੰ ਕਦੀ ਕੋਈ ਸਰਾਪ ਦੀ ਤਰ੍ਹਾਂ ਕੋਈ ਗੱਲ ਨਹੀਂ ਕਹਿਣੀ ਚਾਹੀਦੀ। ਇੱਕ ਵਾਰੀ ਭਾਈ ਸਾਹਿਬ ਨੇ ਦੱਸਿਆ ਕਿ ਇੱਕ ਬ੍ਰਾਹਮਣ ਸੀ ਜੋ ਬਹੁਤ ਹੀ ਪਰਹੇਜ਼ਗਾਰ ਸੀ। ਜੰਗਲ ਵਿੱਚ ਤਪ ਕਰ ਰਿਹਾ ਸੀ। ਉਹ ਬਿਮਾਰ ਹੋ ਗਿਆ। ਉਸ ਨੂੰ ਖੂਨੀ ਟੱਟੀਆਂ ਲੱਗ ਗਈਆਂ। ਪਾਸ ਹੀ ਕੋਈ ਨਦੀ ਸੀ ਅਤੇ ਜੰਗਲ ਪਾਣੀ ਹੋ ਕੇ ਉੱਥੇ ਸਫਾਈ ਕਰੇ। ਜਦੋਂ ਜ਼ਿਆਦਾ ਕਮਜ਼ੋਰ ਹੋ ਗਿਆ ਤਦੋਂ ਉਹ ਕੁਟੀਆ ਛੱਡ ਕੇ ਨਦੀ ਕਿਨਾਰੇ ਹੀ ਲੇਟ ਗਿਆ ਅਤੇ ਬਹੁਤ ਦੁਖੀ ਸੀ। ਉਸ ਨੇ ਅਰਦਾਸ ਕੀਤੀ ਕਿ ਹੇ ਭਗਵਾਨ, ਹੁਣ ਕੀ ਕਰਾਂ, ਮੇਰੀ ਸਹਾਇਤਾ ਕਰੋ। ਨੇੜੇ ਤੇੜੇ ਕੋਈ ਵੀ ਬੰਦਾ ਨਜ਼ਰ ਨਹੀਂ ਆਉਂਦਾ ਸੀ। ਉਹ ਅਰਦਾਸ ਕਰਦਾ ਰਿਹਾ। ਕੁਝ ਚਿਰ ਪਿੱਛੋਂ ਇੱਕ ਆਦਮੀ ਆਇਆ। ਉਸ ਨੇ ਪੁੱਛਿਆ, ਮੈਂ ਤੇਰੀ ਕੀ ਸਹਾਇਤਾ ਕਰ ਸਕਦਾ ਹਾਂ? ਬ੍ਰਾਹਮਣ ਨੇ ਸਾਰੀ ਹਾਲਤ ਰੋ ਰੋ ਕੇ ਦੱਸੀ। ਉਸ ਸੱਜਣ ਨੇ ਕਿਹਾ, ਤੁਸੀਂ ਘਬਰਾਵੋ ਨਹੀਂ, ਮੈਂ ਤੁਹਾਡੀ ਸੇਵਾ ਕਰਾਂਗਾ। ਉਹ ਉਸ ਨੂੰ ਜੰਗਲ ਪਾਣੀ ਬਿਠਾਉਂਦਾ ਅਤੇ ਉਸ ਨੂੰ ਸਾਫ਼ ਕਰਦਾ। ਆਪਣੇ ਪਾਸੋਂ ਦਵਾਈ ਵੀ ਲਿਆ ਕੇ ਦਿੱਤੀ। ਇਸ ਤਰ੍ਹਾਂ 2-3 ਦਿਨ ਸੇਵਾ ਕੀਤੀ ਅਤੇ ਬ੍ਰਾਹਮਣ ਰਾਜ਼ੀ ਹੋ ਗਿਆ। ਕਮਜ਼ੋਰੀ ਬੜੀ ਸੀ। ਉਸ ਸੱਜਣ ਨੇ ਕਿਹਾ ਕਿ ਹੁਣ ਤੁਸੀਂ ਰਾਜ਼ੀ ਹੋ, ਨਦੀ ਦੇ ਪਾਰ ਇੱਕ ਬਸਤੀ ਹੈ, ਉੱਥੇ ਚਲੇ ਜਾਓ। ਉੱਥੇ ਆਪ ਨੂੰ ਖੁਰਾਕ ਅਤੇ ਦਵਾਈ ਮਿਲੇਗੀ, ਰਾਜ਼ੀ ਹੋ ਜਾਵੋਗੇ। ਉਸ ਨੇ ਕਿਹਾ ਕਿ ਤਾਕਤ ਹੀ ਨਹੀਂ ਹੈ ਤੇ ਟੁਰਿਆ ਨਹੀਂ ਜਾਂਦਾ। ਉਸ ਸੱਜਣ ਨੇ ਕਿਹਾ, ਮੈਂ ਤੁਹਾਨੂੰ ਪਹੁੰਚਾ ਦੇਵਾਂਗਾ। ਜਦੋਂ ਛੂਹ ਮਿਲੀ ਤੇ ਉਹ ਕੰਬ ਗਿਆ ਤੇ ਕਹਿਣ ਲੱਗਾ ਕਿ ਹਾਏ, ਇਹ ਤਾਂ ਭਗਵਾਨ ਆਪ ਹੈ। ਬਾਂਹ ਪਕੜ ਲਈ ਤੇ ਕਿਹਾ ਕਿ ਮੈਂ ਪਛਾਣ ਲਿਆ ਹੈ। ਹੇ ਭਗਵਾਨ ਜੀ, ਲੋਪ ਨਾ ਹੋ ਜਾਣਾ, ਮੇਰੀ ਇੱਕ ਗੱਲ ਦਾ ਉੱਤਰ ਦੇ ਕੇ ਜਾਣਾ। ਹੇ ਭਗਵਾਨ ਜੀ ਆਪ ਆਏ ਅਤੇ ਮੈਂ ਗੰਦੇ ਕੁੱਕਰ ਦੀ ਐਸੀ ਸੇਵਾ ਕੀਤੀ। ਇਤਨਾ ਔਖ ਚੱਲਿਆ। ਤੁਸੀਂ ਚਾਹੁੰਦੇ ਹੋ ਮੈਨੂੰ ਇੱਕ ਫੋਰ ਵਿੱਚ ਵੀ ਰਾਜ਼ੀ ਕਰ ਸਕਦੇ ਸੀ, ਰਾਜ਼ੀ ਕਿਉਂ ਨਹੀਂ ਕੀਤਾ? ਭਗਵਾਨ ਜੀ ਨੇ ਕਿਹਾ ਕਿ ਜੋ ਤੂੰ ਕਰਮ ਕੀਤੇ ਸਨ ਉਹਨਾਂ ਦਾ ਫਲ ਤੂੰ ਭੋਗਣਾ ਸੀ, ਅਵਸ਼ ਭੋਗਣਾ ਸੀ। ਤੂੰ ਅਰਦਾਸ ਕੀਤੀ, ਅਸੀਂ ਆ ਗਏ। ਮੇਰਾ ਫਰਜ਼ ਹੈ ਕਿ ਜਿੱਥੇ ਕੋਈ ਦਿਲੋਂ ਮਨੋਂ ਚੇਤੇ ਕਰੇ, ਦੁਖੀ ਦੀਨ ਹੋ ਕੇ ਅਰਦਾਸ ਕਰੇ, ਮੇਰਾ ਬਿਰਧ ਹੈ ਉੱਥੇ ਪੁੱਜ ਕੇ ਉਸ ਦੀ ਸਹਾਇਤਾ ਕਰਨੀ। ਭਾਈ ਸਾਹਿਬ ਨੇ ਆਪਣੀ ਕੋਠੀ ਅੰਦਰ ਕਈ ਪ੍ਰਕਾਰ ਦੇ ਫਲਾਂ ਦੇ ਦਰਖਤ ਲਗਾਏ ਹੋਏ ਸਨ। ਆਪ ਸੜਕ ਉੱਤੇ ਟਹਿਲ ਕੇ ਸੈਰ ਕਰ ਰਹੇ ਸਨ। ਗੇਟ ਦੀ ਖਿੜਕੀ ਖੁੱਲੀ ਸੀ। ਇੱਕ ਪਠਾਨ ਗੇਟ ਪਰ ਖੜਾ ਬਗੀਚੇ ਵੱਲ ਵੇਖ ਰਿਹਾ ਸੀ। ਜਦੋਂ ਆਪ ਖਿੜਕੀ ਪਰ ਆਏ ਤਾਂ ਪਠਾਨ ਨੇ ਪੁੱਛਿਆ, ਸਰਦਾਰ, ਇਹ ਬਗੀਚਾ ਤੇਰਾ ਹੈ? ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਖਾਨ, ਇਹ ਅੱਲਾ ਦਾ ਹੈ, ਪਰ ਮੈਨੂੰ ਇਸ ਦਾ ਮਾਲਕ ਆਖਦੇ ਹਨ। ਪਠਾਨ ਨੇ ਕਿਹਾ ਕਿ ਮੈਂ ਅੰਦਰ ਆ ਕੇ ਦੇਖ ਸਕਦਾ ਹਾਂ। ਪਠਾਨ ਨੂੰ ਲੈ ਕੇ ਆਪ ਅੰਦਰ ਆਏ। ਜਦੋਂ ਪਠਾਨ ਨੇ ਅਖਰੋਟ ਦਾ ਬੂਟਾ ਦੇਖਿਆ ਤਾਂ ਹੈਰਾਨ ਹੋ ਕੇ ਪੁੱਛਣ ਲੱਗਾ कि ये तो अखरोट है। या अल्लाह, अखरोट का बूटा अमृतसर में? ये तो पहाड़ की चीज़ है, ये इस जगह कैसे हो गया? भाई साहब ने कहा, यह मैं लगाया है, सेवा की अते अल्लाह ने फल दे दिता है। भाई साहब ने माली नूं अंदर भेज के इस बूटे के 2 अखरोट मंगवाए। ये कागजी अखरोट सन। हथ विच दबाए तदों टुट गए। पठान आखे, या अल्लाह, ये करामात है। हाँ, ये करामात है। ਇਹ ਆਖਦਾ ਨਮਸਕਾਰ ਕਰਕੇ ਚਲਾ ਗਿਆ। ਇੱਕ ਵਾਰੀ ਇੱਕ ਬ੍ਰਿਧ ਹਿੰਦੂ ਸੱਜਣ ਦਿੱਲੀ ਵਿੱਚ ਆਪ ਨੂੰ ਮਿਲਣ ਆਏ। ਉਹਨਾਂ ਦੇ ਨਾਲ ਇੱਕ ਸਿੱਖ ਸੱਜਣ ਵੀ ਸਨ। ਡਰਾਈਵਰ ਅਤੇ ਸਿੱਖ ਸੱਜਣ ਨੇ ਉਹਨਾਂ ਨੂੰ ਕਾਰ ਤੋਂ ਉਤਾਰਿਆ। ਉਸਨੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਂ ਜਸਟਿਸ ਭੰਡਾਰੀ ਦਾ ਵੱਡਾ ਭਰਾ ਹਾਂ, ਰਿਟਾਇਰਡ ਹਾਂ। ਮੈਂ 18-20 ਸਾਲਾਂ ਤੋਂ ਪਰਮਾਰਥ ਦੇ ਪਾਸੇ ਲੱਗਾ ਹੋਇਆ ਹਾਂ। ਬੜੇ ਸਾਧੂਆਂ ਨੂੰ ਮਿਲਿਆ ਹਾਂ। ਹਰਿਦੁਆਰ, ਰਿਸ਼ੀਕੇਸ਼ ਵੀ ਸੰਤਾਂ ਪਾਸ ਜਾਂਦਾ ਰਿਹਾ ਹਾਂ। ਜੋ ਕੁਝ ਉਹ ਦੱਸਦੇ ਰਹੇ ਹਨ ਕਰਦਾ ਰਿਹਾ ਹਾਂ, ਪਰ ਅੰਦਰ ਖਾਲੀ ਹੈ। ਅੰਦਰ ਕੁਝ ਫਿੱਕਾਪਨ ਹੈ। ਜਦੋਂ ਇਕਾਂਤ ਵਿੱਚ ਬੈਠਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਬਣਿਆ ਕੁਝ ਵੀ ਨਹੀਂ। ਹੁਣ ਇਹ ਸਿੱਖ ਮਿੱਤਰ ਮਿਲਿਆ ਹੈ ਤੇ ਇਸ ਨੂੰ ਮੈਂ ਆਪਣੇ ਮਨ ਦੀ ਦਸ਼ਾ ਦੱਸੀ ਹੈ। ਉਹ ਮੈਨੂੰ ਗੁਰੂ ਨਾਨਕ ਚਮਤਕਾਰ ਪੜ੍ਹ ਕੇ ਸੁਣਾਉਂਦਾ ਹੈ। ਸੁਣਦਾ ਹਾਂ ਤੇ ਨੇਤਰ ਭਰ ਆਉਂਦੇ ਹਨ। ਕਦੀ ਕਦੀ ਦਿਲ ਟਿਕ ਵੀ ਜਾਂਦਾ ਹੈ। ਇਸ ਸੱਜਣ ਨੂੰ ਮੈਂ ਬੇਨਤੀ ਕੀਤੀ ਹੈ ਕਿ ਇਸ ਪੁਸਤਕ ਦੇ ਲੇਖਕ ਦੇ ਮੈਨੂੰ ਦਰਸ਼ਨ ਕਰਾ, ਸੋ ਮੈਂ ਉਸ ਨਾਲ ਦਰਸ਼ਨਾਂ ਲਈ ਆਇਆ ਹਾਂ।
ਮੈਂ ਕਾਹਲੀ ਵਿੱਚ ਬਿਨਾਂ ਇਜਾਜ਼ਤ ਦੇ ਆਇਆ ਹਾਂ। ਖਿਮਾ ਕਰੋ ਅਤੇ ਕਿਰਪਾ ਕਰੋ ਜੋ ਮੇਰਾ ਜੀਵਨ ਵੀ ਸਫਲ ਹੋ ਜਾਵੇ। ਭਾਈ ਸਾਹਿਬ 2 ਮਿੰਟ ਚੁੱਪ ਰਹੇ ਅਤੇ ਇਹ ਫਰਮਾਇਆ ਕਿ ਭੰਡਾਰੀ ਜੀ, ਤੁਸੀਂ ਤਾਂ ਟੁਰੇ ਹੋਏ ਹੋ, ਕਹਿੰਦੇ ਹੋ 18ਵੀਂ ਸਾਲ ਤੋਂ ਕਾਲ ਕਰ ਰਿਹਾ ਹਾਂ। ਭੰਡਾਰੀ ਜੀ ਨੇ ਕਿਹਾ, ਕਿਰਪਾ ਕਰਕੇ ਹੁਣ ਟਾਲੋ ਨਾ, ਮੇਰੇ ਭਾਗ ਆਪ ਜੀ ਪਾਸ ਲੈ ਆਏ ਹਨ, ਹੁਣ ਕਿਰਪਾ ਕਰਕੇ ਰਸਤੇ ਪਾ ਦੇਵੋ। ਭਾਈ ਸਾਹਿਬ ਤਰਸ ਵਿੱਚ ਆਏ ਅਤੇ ਫਰਮਾਇਆ ਕਿ ਭੰਡਾਰੀ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਹਨ, ਸਾਰੇ ਵਿੱਚ ਪ੍ਰੇਮ ਹੀ ਲਿਖਿਆ ਹੈ। ਕਿਧਰੇ ਗੁਰੂ ਸਾਹਿਬ ਨੇ ਆਪ ਇਸਤਰੀ ਬਣ ਕੇ ਮੇਲ ਦੇ ਤਰਲੇ ਕੀਤੇ ਹੋਏ ਹਨ। ਜਿਵੇਂ ਵਿਛੜੀ ਇਸਤਰੀ ਸੁਖਣਾ ਸੁਖਦੀ ਹੈ, ਤਰਲੇ ਲੈਂਦੀ ਹੈ, ਕਿਵੇਂ ਮੇਲ ਹੋਵੇ। ਕਿਵੇਂ ਪਿਆਰਾ ਪਤੀ ਸੇਜ ਪਰ ਆਵੇ, ਕਿਵੇਂ ਗਲੇ ਲਾਵੇ। ਕਿਧਰੇ ਆਪ ਪੁੱਤਰ ਬਣ ਕੇ ਵਾਹਿਗੁਰੂ ਜੀ ਮਾਤਾ ਪਿਤਾ ਬਣਾ ਕੇ ਤਰਲੇ ਕੀਤੇ ਹਨ, ਭੁੱਲਾਂ ਬਖਸ਼ਾਈਆਂ ਹਨ। ਕਿਧਰੇ ਸੇਵਕ ਤੇ ਦਾਸ ਬਣ ਕੇ ਤਰਲੇ ਕੀਤੇ। ਪੜ੍ਹ ਕੇ ਦੇਖੋ, ਪਿਆਰ ਹੀ ਪਿਆਰ ਭਰਿਆ ਪਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਫਰਮਾਉਂਦੇ ਹਨ, ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭੰਡਾਰੀ ਜੀ, ਗੁਰੂ ਨਾਲ ਪਿਆਰ ਪਾਓ, ਗੁਰੂ ਨਾਲ ਦੋਸਤੀ ਪਾਓ। 20 ਸਾਲ ਉਸ ਪਾਸੇ ਲਾਏ ਜੇ, ਕੁਝ ਸਮਾਂ ਇਸ ਪਾਸੇ ਵੀ ਲਾਓ। ਆਸਵੰਦ ਹੋ ਕੇ ਭਰੋਸਾ ਕਰਕੇ ਸਿੱਧਕ ਧਾਰ ਕੇ ਦੇਖ ਲੈਣਾ, ਗੁਰੂ ਤਰੁੱਠੇਗਾ। ਜੋ ਲੜਦੇ ਹੋ ਮਿਲੇਗਾ। ਭੰਡਾਰੀ ਸਾਹਿਬ ਦਾ ਚਿਹਰਾ ਚਮਕ ਉੱਠਿਆ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜੋ ਕੁਝ ਲੱਭਣਾ ਸੀ ਅੱਜ ਲੱਭ ਗਿਆ ਹੈ। ਭੰਡਾਰੀ ਸਾਹਿਬ ਨੇ ਪੁੱਛਿਆ, ਦੱਸੋ ਮੈਂ ਜਾਪ ਕਿਸ ਨਾਮ ਦਾ ਕਰਾਂ। ਭਾਈ ਸਾਹਿਬ ਨੇ ਪੁੱਛਿਆ, ਅੱਗੇ ਕੀ ਜਪਦੇ ਹੋ। ਉਸ ਨੇ ਕਿਹਾ, ਸੁਹੰਗ ਦਾ ਜਾਪ ਕਰਦਾ ਹਾਂ। ਭੰਡਾਰੀ ਜੀ ਦੇ ਪੁੱਛਣ ਤੇ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਵਾਹਿਗੁਰੂ ਨਾਮ ਦਾ ਜਾਪ ਕਰਦੇ ਹਾਂ। ਭਾਈ ਸਾਹਿਬ ਨੇ ਕਿਹਾ ਕਿ ਜਿਹੜਾ ਜਾਪ ਤੁਸੀਂ 20 ਸਾਲ ਤੋਂ ਕਰ ਰਹੇ ਹੋ, ਹੁਣ ਇਸ ਉਮਰੇ ਸ਼ਾਇਦ ਬਦਲਣਾ ਠੀਕ ਨਾ ਹੋਵੇ, ਸੋ ਤੁਸੀਂ ਸੁਹੰਗ ਦਾ ਹੀ ਜਾਪ ਕਰਦੇ ਜਾਓ, ਉੱਪਰ ਜਾ ਕੇ ਸਭ ਇੱਕੋ ਹਨ। ਇੱਕ ਗੱਲ ਕਹਾਂਗਾ ਕਿ ਸੁਹੰਗ ਦਾ ਜੋ ਜਾਪ ਕਰਦੇ ਹੋ, ਕਦੀ ਮਹਿਸੂਸ ਵੀ ਕੀਤਾ ਜੇ ਕਿ ਸੁਹੰਗ ਹੈ, ਆਪ ਦੇ ਨੇੜੇ ਹੈ, ਆਪ ਦਾ ਜਾਪ ਸੁਣਦਾ ਹੈ। ਉਹਨਾਂ ਨੇ ਉੱਤਰ ਦਿੱਤਾ ਕਿ ਇਹ ਤਾਂ ਕਿਸੇ ਨੇ ਦੱਸਿਆ ਨਹੀਂ। ਭਾਈ ਸਾਹਿਬ ਰੰਗ ਵਿੱਚ ਆ ਗਏ ਅਤੇ ਕਿਹਾ, ਭੰਡਾਰੀ ਜੀ, ਅਸੀਂ ਜੋ ਵਾਹਿਗੁਰੂ ਦਾ ਜਾਪ ਕਰਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ ਕਿ ਵਾਹਿਗੁਰੂ ਹੈ, ਸਾਡੇ ਨੇੜੇ ਹੈ, ਸਾਡੇ ਸੀਸ ਪਰ ਖੜਾ ਹੈ, ਸਾਡਾ ਜਾਪ ਸੁਣਦਾ ਹੈ, ਸੁਣ ਕੇ ਖੁਸ਼ ਹੁੰਦਾ ਹੈ, ਅਸੀਸ ਦਿੰਦਾ ਹੈ। ਕਦੀ ਮਹਿਸੂਸ ਕਰਦੇ ਹਾਂ ਜੋ ਹਿਰਦੇ ਵਿੱਚ ਆ ਗਿਆ ਹੈ ਤੇ ਠੰਡ ਪੈ ਜਾਂਦੀ ਹੈ। ਇਸ ਤਰ੍ਹਾਂ ਦਾ ਪਿਆਰਾ ਜੀਵਨ ਉਪਦੇਸ਼ ਦੇ ਕੇ ਉਸ ਸੱਜਣ ਨੂੰ ਨਿਹਾਲ ਕੀਤਾ। ਭਾਈ ਵੀਰ ਸਿੰਘ ਜੀ ਦੇ ਦਿਲਚਸਪ ਵਾਕਿਆਤ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।